My dear students of 10th class, today I am going to solve the English PAS test of 10th class dated 21st of September. Firstly, you have to fill your ID, then read the passage and answer the question. Once there was a little boy who had a bad temper. Bad temper means ਵੀ ਉਹਨੂੰ ਗੁੱਸਾ ਬਹੁਤ ਛੇਤੀ ਆਉਂਦਾ ਸੀ। ਇੱਕ ਛੋਟਾ ਬੱਚਾ ਸੀ ਉਹਨੂੰ ਗੁੱਸਾ ਬਹੁਤ ਛੇਤੀ ਆਉਂਦਾ ਸੀ। His father gave him a bag of nails, nails ਹੁੰਦਾ ਕਿੱਲ, and told him to hammer a nail into the back of the fence every time he would lose his temper। ਜਦੋਂ ਵੀ ਉਹ ਕਹਿੰਦਾ ਵੀ ਉਹਨੂੰ ਗੁੱਸਾ ਆਵੇ ਤਾਂ ਉਸ ਵੇਲੇ ਉਹ ਜਿਹੜਾ ਇੱਕ ਕਿੱਲ ਜਿਹੜਾ ਹੈ ਉਸ ਕੰਧ ਦੇ ਵਿੱਚ, ਜਿਹੜੀ ਪਿੱਛੇ ਇੱਕ ਕੰਧ ਹੈਗੀ ਹੈ ਘਰ ਦੇ ਵਿੱਚ, ਉਹਦੇ ਵਿੱਚ ਉਹ ਇੱਕ ਕਿੱਲ ਹੈਮਰ ਕਰਦੇ। ਹੈਮਰ ਮਤਲਬ ਹਥੌੜੀ, ਹਥੌੜੀ ਨਾਲ ਠੋਕ ਦੇਵੇ। The first day the boy had driven 37 nails into the fence। ਪਹਿਲੇ ਦਿਨ ਬੱਚੇ ਨੂੰ ਜਦੋਂ ਗੁੱਸਾ ਆਇਆ ਤਾਂ 37 ਵਾਰੀ ਕਿੱਲ ਜਿਹੜੇ ਕੰਧ ਵਿੱਚ ਗੱਡੇ। Over the next few weeks, as he learned to control his anger, the number of nails hammered daily gradually dwindled down। Dwindle means ਘਟਣਾ। ਕਿਉਂਕਿ ਕਿੱਲ ਕੰਧ ਦੇ ਵਿੱਚ ਗੱਡਣੇ ਔਖੇ ਸੀਗੇ ਅਤੇ ਉਸ ਬੱਚੇ ਨੇ ਹੌਲੀ ਹੌਲੀ ਆਪਣੇ ਗੁੱਸੇ ਨੂੰ ਕੰਟਰੋਲ ਕਰਨਾ ਸ਼ੁਰੂ ਕੀਤਾ, ਤਾਂ ਜਿਹੜੇ ਕਿੱਲਾਂ ਨੂੰ ਗੱਡਣ ਦੀ, ਜਿਹੜੀ ਹਥੌੜੀ ਨਾਲ ਗੱਡਣ ਦੀ ਜਿਹੜੀ ਮਾਤਰਾ ਸੀ ਉਹ ਦਿਨੋਂ ਦਿਨ ਘਟਣੀ ਸ਼ੁਰੂ ਹੋ ਗਈ। He discovered it was easier to hold his temper than to drive those nails into the fence। ਉਹਨੇ ਇਹ ਮਹਿਸੂਸ ਕੀਤਾ ਵੀ ਗੁੱਸੇ ਨੂੰ ਕੰਟਰੋਲ ਕਰਨਾ ਸੌਖਾ ਹੈ, ਜਦਕਿ ਕਿੱਲ ਕੰਧ ਵਿੱਚ ਗੱਡਣੇ ਜਿਹੜੇ ਆ ਉਹ ਔਖੇ ਆ। Finally the day came when this boy didn't lose his temper at all। ਆਖਰ ਉਹ ਦਿਨ ਆ ਗਿਆ ਜਿਸ ਦਿਨ ਉਹਨੇ ਆਪਣੇ ਗੁੱਸੇ 'ਤੇ ਪੂਰੀ ਤਰ੍ਹਾਂ ਕੰਟਰੋਲ ਕਰ ਲਿਆ ਅਤੇ ਉਹਨੂੰ ਇੱਕ ਵਾਰੀ ਵੀ ਗੁੱਸਾ ਨਹੀਂ ਆਇਆ। He told his father about it, and now the father suggested him to pull out one nail for each day that he was able to hold his temper। ਉਹਨੇ ਆਪਣੇ ਪਿਤਾ ਨੂੰ ਦੱਸਿਆ ਅਤੇ ਉਹਦੇ ਪਿਤਾ ਨੇ ਹੁਣ ਉਹਨੂੰ ਕਿਹਾ ਵੀ ਤੂੰ ਹੁਣ ਕੀ ਕਰਨਾ ਆ, ਵੀ ਇੱਕ ਕਿੱਲ ਰੋਜ਼ ਦਾ ਕੱਢਣਾ ਆ ਜਿਸ ਦਿਨ ਤੈਨੂੰ ਗੁੱਸਾ ਬਿਲਕੁਲ ਵੀ ਨਹੀਂ ਆਊਗਾ। The days passed and the young boy was gone। The days passed and the young boy was finally able to tell his father that all the nails were gone। ਫਿਰ ਉਹ ਦਿਨ ਆ ਗਿਆ ਜਦੋਂ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਉਸਨੇ ਸਾਰੇ ਕਿੱਲ ਕੱਢ ਦਿੱਤੇ ਹਨ। The father took his son by the hand and led him to the fence। ਪਿਤਾ ਉਹਨੂੰ ਫੜ ਕੇ ਬਾਂਹ ਤੋਂ ਉਸ ਕੰਧ ਕੋਲ ਲੈ ਗਿਆ। The father took his son he said, "You have done well, my son, and look at the holes in the fence। ਵੀ ਤੂੰ ਬਹੁਤ ਵਧੀਆ ਕੀਤਾ ਆ, ਪਰ ਦੇਖ ਕੰਧ ਦੇ ਵਿੱਚ ਕਿੰਨੇ ਛੇਕ ਹੋਏ ਆ। The fence will never be the same। ਕੰਧ ਜਿਹੜੀ ਉਸ ਤਰ੍ਹਾਂ ਦੀ ਨਹੀਂ ਦੁਬਾਰਾ ਬਣ ਪਾਊਗੀ ਜਿਵੇਂ ਪਹਿਲਾਂ ਸੀ। When you say something in anger, they leave a scar just like this one। ਜਦੋਂ ਕਿਸੇ ਨੂੰ ਗੁੱਸੇ ਦੇ ਵਿੱਚ ਤੂੰ ਕੁਛ ਕਹਿੰਦਾ ਹੈ ਤਾਂ ਉਹ ਇਸ ਤਰ੍ਹਾਂ ਦਾ ਨਿਸ਼ਾਨ ਜਿਹੜਾ ਛੱਡ ਜਾਂਦਾ ਹੈ। You can put a knife in a man and draw it out। ਤੂੰ ਇੱਕ ਕਿਸੇ ਇਨਸਾਨ ਦੇ ਚਾਕੂ ਮਾਰੇ ਤੇ ਉਹਨੂੰ ਬਾਹਰ ਕੱਢ ਲੈ। It won't matter how many times you say I am sorry, the wound will still be there। ਤੂੰ ਭਾਵੇਂ ਜਿੰਨੀ ਵਾਰੀ ਮਰਜ਼ੀ ਉਹਨੂੰ ਸੌਰੀ ਕਹਿ ਦੀ, ਪਰ ਉਹ ਜ਼ਖਮ ਜਿਹੜੇ ਆ ਹਮੇਸ਼ਾ ਉੱਥੇ ਰਹਿਣਗੇ।
ਸੋ ਬੱਚੋ ਇਹ ਪੈਸੇ ਸੀਗਾ ਤੇ ਇਹਦੇ ਨਾਲ ਰਿਲੇਟਡ ਅੱਗੇ ਕੁਐਸਚਨ ਹੈਗੇ ਆ। ਦ ਲਿਟਲ ਬॉय ਵਾਸ ਲੇਜ਼ੀ, ਕੇਅਰਲੈਸ, ਪੇਸ਼ੈਂਟ, ਸ਼ਾਰਟ ਟੈਂਪਰਡ। ਉਹ ਸ਼ਾਰਟ ਟੈਂਪਰਡ ਸੀ, ਉਹਨੂੰ ਗੁੱਸਾ ਛੇਤੀ ਆਉਂਦਾ ਸੀ। ਦ ਨੰਬਰ ਆਫ ਨੇਲਸ ਹੈਮਰਡ ਇਨ ਦਾ ਫੈਂਸ ਡੇਲੀ ਡਿਕਰੀਜ਼ ਗ੍ਰੈਜੂਅਲੀ ਬਿਕੋਜ਼ ਜਿਹੜੇ ਕਿੱਲ ਗੱਡਣ ਦੀ ਮਾਤਰਾ ਦਿਨੋਂ ਦਿਨ ਘਟਣ ਲੱਗੀ ਕਿਉਂਕਿ the boy was tired, the hammer broke, the boy was fed up of this activity, the boy learned to control his anger। ਕਿਉਂਕਿ ਉਹਨੇ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਸਿੱਖ ਲਿਆ ਸੀ। which of the following statement is not true? The boy had a bad temper, the father asked him to drive a nail into the fence every time he lost his temper, the father was very angry with the boy after the task was finished, soon the boy learned to control his anger। ਤਾਂ ਸੀ ਵਾਲਾ ਆ ਕਿ ਉਸ ਦਾ ਪਿਤਾ ਜਿਹੜਾ ਬਹੁਤ ਗੁੱਸੇ ਵਿੱਚ ਹੋਇਆ ਸੀ। ਇਹ ਜਿਹੜਾ ਹੈ ਛੈਨਿੰਗ ਆਪਣੇ ਇਸ ਪੈਰੇ ਦੇ ਵਿੱਚ। The father took his son by the hand and led him to the fence because ਕਿਉਂ ਲੈ ਕੇ ਗਿਆ? He wanted to show his son the after effect of anger। ਉਹ ਦੱਸਣਾ ਚਾਹੁੰਦਾ ਸੀਗਾ ਵੀ ਗੁੱਸੇ ਦੇ ਬਾਅਦ ਦੇ ਨਤੀਜੇ ਕੀ ਹੁੰਦੇ ਆ। ਉਹ ਦਾਗ ਦਿਖਾ ਕੇ, ਉਹ ਨਿਸ਼ਾਨ ਦਿਖਾ ਕੇ ਵੀ ਨਿਸ਼ਾਨ ਹਮੇਸ਼ਾ ਰਹਿ ਜਾਂਦੇ ਆ ਜਦੋਂ ਗੁੱਸੇ ਦੇ ਵਿੱਚ ਆਪਾਂ ਕੁਛ ਕੰਮ ਕਰਦੇ ਹਾਂ, ਕਿਸੇ ਨੂੰ ਕੁਛ ਕਹਿੰਦੇ ਆ। The holes in the fence symbolizes that anger leaves scar on the people's mind। ਜਿਹੜੇ ਹੋਲ ਸੀਗੇ ਕੰਧ ਦੇ ਵਿੱਚ ਉਹ ਕੀ ਦੱਸ ਰਹੇ ਸੀ ਵੀ ਗੁੱਸੇ ਦੇ ਵਿੱਚ ਜਿਹੜੀ ਵੀ ਗੱਲ ਕਿਸੇ ਨੂੰ ਕਹੀ ਜਾਂਦੀ ਉਹਦੇ ਨਿਸ਼ਾਨ ਲੋਕਾਂ ਦੇ ਮਨ ਦੇ ਉੱਤੇ, ਦਿਮਾਗ ਦੇ ਉੱਤੇ ਰਹਿ ਜਾਂਦੇ ਨੇ। He can sit and read for hours at a stretch। Choose correct meaning of idiom at a stretch। at a stretch ਦਾ meaning ਆਪਾਂ ਕੱਢਣਾ idiom ਹੈਗਾ ਤੇ ਇਹਦਾ ਮਤਲਬ ਹੈਗਾ continuously, ਲਗਾਤਾਰ। Choose the correct sentence। One of my friend is a teacher, one of my friends is a teacher, one of my friend are teacher, one of my friends are teacher। ਤਾਂ ਬੀ ਆਪਸ਼ਨ ਆਨਸਰ ਆਏਗਾ one of my friends is a teacher। ਯਾਨੀ ਮੇਰੇ ਦੋਸਤਾਂ ਦੀ ਜਦੋਂ ਗੱਲ ਕਰਾਂਗੇ ਤਾਂ ਇਸ ਫਰੈਂਡ ਦੇ ਨਾਲ ਲੱਗਣਾ ਚਾਹੀਦਾ, ਵਿੱਚੋਂ ਇੱਕ ਟੀਚਰ ਹੈ, ਇਸ ਦਾ ਇਹ ਮਤਲਬ ਨਿਕਲਦਾ ਹੈ। Do you want dash my address? Fill in the blanks with suitable non-finite। Do you want to know my address? He will explain it to you when dash back। When he will come back। ਮੋਸਟਲੀ ਇਹ ਆਏਗਾ ਤੇ ਕਮਸ ਵੀ ਆ ਸਕਦਾ ਹੈ, ਕਈ ਜਗ੍ਹਾ ਤੇ ਕਮਸ ਦਾ ਯੂਜ਼ ਵੀ ਹੋ ਸਕਦਾ ਹੈ। He was feeling weak dash he went to his office। He was feeling weak but he went to office। ਉਹ ਕਮਜ਼ੋਰ ਮਹਿਸੂਸ ਕਰ ਰਿਹਾ ਸੀ ਪਰ ਫਿਰ ਵੀ ਉਹ ਸਕੂਲ ਦਫ਼ਤਰ ਗਿਆ। What did the prince ask the swallow? ਪ੍ਰਿੰਸ ਨੇ ਸਵੈਲੋ ਨੂੰ ਕੀ ਕਿਹਾ ਸੀ ਇਹਨਾਂ ਸਟੇਟਮੈਂਟਸ ਦੇ ਵਿੱਚੋਂ? ਟੂ ਟੇਕ ਰੂਬੀ ਫਰੋਮ ਹਿਜ਼ sword hilt। ਉਹਦੀ ਤਲਵਾਰ ਦੀ ਮੁੱਠ ਤੋਂ ਇੱਕ ਰੂਬੀ ਕੱਢ ਲਵੇ। What is there in the personality of every man? A store of unused power। ਵੀ ਇੱਕ ਇਨਸਾਨ ਦੇ ਅੰਦਰ ਬਹੁਤ ਸਾਰੀਆਂ ਸ਼ਕਤੀਆਂ ਦਾ ਸਟੋਰ ਹੈਗਾ ਜਿਹਨੂੰ ਉਹ ਵਰਤਦਾ ਨਹੀਂ ਹੈਗਾ। The proud possession of Jim was। ਜਿਮ ਕੋ ਕੀ ਸੀ? ਗੋਲਡ ਵਾਚ ਚੇਨ ਸੀ, ਗੋਲਡ ਵਾਚ ਸੀ ਜੋ, ਅਤੇ ਇਸੇ ਤਰ੍ਹਾਂ ਡੈਲਾ ਦੇ ਕੋਲ ਕੀ ਸੀ? ਲੌਂਗ ਹੇਅਰ ਸੀ। ਇਹ ਉਹਨਾਂ ਦੀ ਪ੍ਰਾਊਡ ਪੋਜੀਸ਼ਨ ਸੀਗੇ। The blind man was selling dash on the sidewalk। blind man ਕੀ ਵੇਚ ਰਿਹਾ ਸੀਗਾ? ਜਦੋਂ ਬੌਬੀ ਗਿੱਲੀ ਨੇ ਉਹਨੂੰ ਮਿਲਦਾ ਹੈ ਤਾਂ ਉਹ ਵੇਚ ਰਿਹਾ ਸੀ ਪੈਨਸਿਲਸ। ਜਦੋਂ ਉਹਨੂੰ ਪੁੱਛਦਾ ਵੀ ਜੇ ਤੇਰੇ ਕੋਲ $1000 ਹੋਣਗੇ ਤਾਂ ਤੂੰ ਕੀ ਕਰੇਗਾ? ਰਾਈਸ ਵਾਸ ਇਨ ਹਿਜ਼ ਬਲੱਡ ਮੀਨਸ ਚੌਲ ਉਹਦੇ ਖੂਨ ਵਿੱਚ ਸੀ। ਇਹਦਾ ਕੀ ਮਤਲਬ ਆ? ਹੀ ਨਿਊ ਆਲ ਅਬਾਊਟ ਦਾ ਰਾਈਸ। ਤਾਂ ਸੂਬੀਆ ਜਿਹੜਾ ਸੀਗਾ ਉਹ ਚੌਲਾਂ ਦੇ ਬਾਰੇ ਸਾਰਾ ਕੁਝ ਜਾਣਦਾ ਸੀ, ਉਹਨੂੰ ਪੂਰਾ ਪਤਾ ਸੀ, ਇਸ ਕਰਕੇ ਕਿਹਾ ਗਿਆ ਵੀ ਇਨ ਹਿਜ਼ ਬਲੱਡ। ਦ ਨੇਮ ਆਫ ਦ ਪੋਇਟ ਆਫ ਦ ਪੋਇਮ ਏ ਬੈਲਡ ਆਫ ਸਰ ਪ੍ਰਤਾਪ ਸਿੰਘ ਇਜ਼ ਜੇਮਸ ਕਿਰਕਪ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਟਰੂ? ਏ ਗਿਫਟ ਆਫ ਕ੍ਰਿਸਮਸ ਫਾਰ ਕ੍ਰਿਸਮਸ ਦੇ ਵਿੱਚੋਂ ਆ ਵੀ ਕਿਹੜਾ ਸਹੀ ਨਹੀਂ ਹੈਗਾ? ਜਿਮ ਐਂਡ ਡੈਲਾ were husband and a wife, they had great love for each other, Jim earned $20 a week। ਇਹ ਤਿੰਨੇ ਸਹੀ ਆ।
Della couldn't manage to buy gift for Jim. ਇਹ ਗਲਤ ਹੈ ਕਿਉਂਕਿ ਉਹਨੇ ਗਿਫਟ ਜਿਮ ਵਾਸਤੇ ਲੈ ਲਿਆ ਸੀ। The ultimate fate of all human being is dash death. ਆਖਰ ਵਿੱਚ ਹਰੇਕ ਇਨਸਾਨ ਨੇ ਮਰਨਾ ਆ। Machines gives us more and more hours of dash leisure ਆਰਾਮ। ਮਸ਼ੀਨ ਜਿੰਨੀਆਂ ਵੀ ਮਸ਼ੀਨਾਂ ਸਾਡੇ ਕੋਲ ਵੱਧ ਤੋਂ ਵੱਧ ਆ ਰਹੀਆਂ ਉਹਨਾਂ ਹੀ ਸਾਡਾ ਜੀਵਨ ਆਰਾਮਦਾਇਕ ਹੋ ਰਿਹਾ ਆ। ਇਸ ਵੇਰੀ ਸਾਇੰਸ ਟੇਕਿੰਗ ਅਸ 'ਚ ਪੜ੍ਹਿਆ ਆਪਾਂ। ਚੂਜ਼ ਦਾ ਕਰੈਕਟ ਇੰਗਲਿਸ਼ ਟ੍ਰਾਂਸਲੇਸ਼ਨ। ਕੀ ਤੁਸੀਂ ਆਪਣਾ ਸਮਾਂ ਬਰਬਾਦ ਕੀਤਾ? ਡਿਡ ਯੂ ਵੇਸਟ ਯੂਰ ਟਾਈਮ? ਪਾਸਟ ਟੈਂਸ ਦੀ ਗੱਲ ਹੋ ਰਹੀ ਹੈ, ਪਾਸਟ ਇੰਡੈਫੀਨਿਟ ਦੀ, ਤਾਂ ਡਿਡ ਯੂ ਵੇਸਟ ਯੂਰ ਟਾਈਮ ਇਹ ਆਏਗਾ। ਤੁਹਾਡਾ ਆਨਸਰ ਸਹੀ ਹੈ। ਸੋ ਇਹ ਆਪਣਾ ਪੈਸਟ ਟੈਸਟ ਸੀ 10th ਦਾ। ਇਸ ਤਰ੍ਹਾਂ ਦੇ ਟੈਸਟ ਅੱਗੇ ਵੀ ਆਉਂਦੇ ਰਹਿਣਗੇ। ਆਸ ਹੈ ਤੁਸੀਂ ਵਧੀਆ ਢੰਗ ਨਾਲ ਕਰਦੇ ਰਹੋ। ਥੈਂਕਸ।